जी अस्सलाम वालेकुम वरहमतुल्लाहि वबरकातुहू। बेगराज साहब 17 मार्च ਨੂੰ ਨਾ ਮੁਗਲ ਖਾਦਮ ਗਰੁੱਪ ਚ ਜਨਾਬ ਦੀ ਵੀਡੀਓ ਆਈ ਤੇ ਰਮਜ਼ਾਨ ਦੀ ਵਜ੍ਹਾ ਤੋਂ ਅੱਜ ਜਨਾਬ ਸੁਣਨ ਦਾ ਟਾਈਮ ਕੱਢਿਆ ਤੇ ਸੁਣਿਆ। ਤੁਸੀਂ ਇੱਕ ਅੱਛੇ ਵਕੀਲ ਹੋ ਔਰ ਇੱਕ ਅੱਛਾ ਵਕੀਲ ਜਿਹੜਾ ਨਾ ਇੱਕ ਕਮਜ਼ੋਰ ਕੇਸ ਨੂੰ ਵੀ ਬੜਾ ਖੂਬਸੂਰਤੀ ਦੇ ਨਾਲ ਜਿਹੜਾ ਨਾ ਲੜ ਲੈਂਦਾ ਹੈ। ਬਹਰਾਲ ਮਤਲਬ ਇਹ ਮੁਆਸ਼ਰਤੀ ਉਲੂਮ ਦਾ ਪਰਚਾ ਤੁਹਾਨੂੰ ਅੱਛਾ ਹੱਲ ਕੀਤਾ, ਸੀਟਾਂ ਬੜੀਆਂ ਲਾਈਆਂ ਨੇ ਤੇ ਵਾਹ ਬੈਂ ਬੈਂ ਕੇ ਤੁਹਾਡੀ ਸੂਈ ਜਿਹੜੀ ਹੈ ਨਾ ਉਹ ਉੱਥੇ ਜੜੀ ਹੋਈ ਹੈ ਸੰਤੋ ਰਿਫਤ ਤੇ ਹੀ। ਤੇ ਤੁਸੀਂ ਇਸ ਪਾਸੇ ਮੁੜਨ ਵਾਸਤੇ ਤਿਆਰ ਨਹੀਂ ਹੈਗੇ ਕਿ ਬਈ ਇਹ ਜਿਹੜੇ ਮਤਲਬ ਪ੍ਰੋਫੈਸ਼ਨਲ ਲੋਕ ਨੇ ਇਹਨਾਂ ਤੋਂ ਇਲਾਵਾ ਵੀ ਜਿਹੜੇ ਨੇ ਉਹ ਕੋਈ ਰਿਸਪੈਕਟੇਬਲ ਕਬਾਇਲ ਜਿਹੜੇ ਉਹ ਵੀ ਮੁਗਲ ਹਨ ਜਾਂ ਮੁਗਲ ਅਖਵਾਨ ਦਾ ਹੱਕਦਾਰ ਹਨ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜਨਾਬ ਬਾਬਰ ਨੇ ਆਪਣੇ ਕਬੀਲੇ ਜਿਹੜੇ ਨੇ ਦਰਿਆਵਾਂ ਦੇ ਕਿਨਾਰੇ ਆਬਾਦ ਕੀਤੇ, ਦੂਜੇ ਪਾਸੇ ਤੁਸੀਂ ਫਿਰ ਰਿਫਤ ਦੇ ਸ਼ਹਿਰਾਂ ਦੀ ਜ਼ਿਕਰ ਕਰਦੇ ਹੋ। ਤੁਹਾਨੂੰ ਇਹ ਬੜੀ ਦਫਾ ਦੱਸ ਚੁੱਕੇ ਹਾਂ ਤੇ ਤੁਹਾਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਸ਼ੁਮਾਲੀ ਪੰਜਾਬ ਪਿੰਡੀ ਡਿਵੀਜ਼ਨ ਦੇ ਵਿੱਚ ਸਭ ਤੋਂ ਵੱਡੇ ਜ਼ਮੀਂਦਾਰ ਜਿਹੜੇ ਨੇ ਮੰਗੋਲ ਨੇ। ਕਸ਼ਮੀਰ ਵਾਲ ਵੀ ਤੁਸੀਂ ਟੁਰੇ ਹੋ, ਸਿਆਲਕੋਟ ਤੇ ਮਤਲਬ ਤੁਸੀਂ ਜਨਾਬ ਆਪਣਾ ਇਹ ਮੰਡੀ ਬਹਾਉਦੀਨ ਸ਼ਹਿਰ ਤੱਕ ਵੀ ਗਏ ਹੋ। ਤੁਸੀਂ ਇਹ ਨਹੀਂ ਦੱਸਿਆ ਕਿ ਦਰਿਆ ਜੇਹਲਮ ਦੇ ਦੋਏ ਕਿਨਾਰੇ ਤੇ ਤੋੜ ਮਤਲਬ ਇੱਥੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਤੇ ਤੋੜ ਜਿੱਥੋਂ ਤੱਕ ਦਰਿਆ ਖਤਮ ਹੁੰਦਾ ਉੱਥੋਂ ਤੱਕ ਦੋਵਾਂ ਪਾਸੇ ਮੁਗਲ ਕਬਾਇਲ ਆਬਾਦ ਨੂੰ ਔਰ ਜ਼ਮੀਂਦਾਰ ਕਬਾਇਲ ਨੂੰ। ਇਸੇ ਤਰ੍ਹਾਂ ਤੁਸੀਂ ਸ਼ੁਮਾਲੀ ਪੰਜਾਬ 'ਚ ਨਹੀਂ ਦੱਸਿਆ ਅਟਕ ਦਾ ਸਭ ਤੋਂ ਵੱਡਾ ਜ਼ਮੀਂਦਾਰ ਸਰਦਾਰ ਮੁਹੰਮਦ ਨਵਾਜ਼ ਖਾਨ ਜਿਹੜਾ ਹੈ ਔਰ ਬੜਾ ਨੇਕ ਆਦਮੀ ਸੀ, ਉਹ ਇੱਕ ਤਾਰੀਖੀ ਸ਼ਖਸੀਅਤ ਸੀ, ਨਵਾਬ ਅਮੀਰ ਮੁਹੰਮਦ ਖਾਨ ਦਾ ਬਹਿਨੋਈ ਸੀ ਤੇ ਉਹਨਾਂ ਦਾ ਤੁਸੀਂ ਜ਼ਿਕਰ ਨਹੀਂ ਕੀਤਾ। ਇੱਥੇ ਮਕਾਮੀ ਹਾਲਾਤ ਦੇ ਮੁਤਾਬਕ ਕੋਈ ਕਿਸੇ ਨੇ ਆਪਣੇ ਨਾਲ ਰਾਜਾ ਲਾ ਲਿਆ, ਕਿਸੇ ਮਲਕ ਲਾ ਲਿਆ, ਕਿਸੇ ਚੌਧਰੀ ਲਾ ਲਿਆ, ਕਿਸੇ ਸਰਦਾਰ ਲਾ ਲਿਆ, ਕਿਸੇ ਮਿਰਜ਼ਾ ਲਾ ਲਿਆ, ਕਿਸੇ ਜਨਾਬ ਇਸ ਤਰ੍ਹਾਂ ਦੇ ਟਾਈਟਲ ਤੇ ਬਦਲਦੇ ਰਹੇ, ਲੇਕਿਨ ਉਹਨਾਂ ਆਪਣਾ ਕਬੀਲਾ ਜਿਹੜਾ ਉਹਨੂੰ ਨਹੀਂ ਛੱਡਿਆ। ਉਹਨਾਂ ਆਪਣੇ ਆਪ ਨੂੰ ਕਾਗਜ਼ਾਂ ਵਿੱਚ ਵੀ ਤੇ ਵੈਸੇ ਵੀ ਕਿਸੇ ਨੇ ਆਪਣੇ ਆਪ ਨਾਲ ਤੁਰਕ ਲਿਖਿਆ, ਕਿਸੇ ਆਪਣੇ ਨਾਲ ਮੁਗਲ ਲਿਖਿਆ, ਕਿਸੇ ਆਪਣੇ ਆਪ ਨਾਲ ਬੇਗ ਲਿਖਿਆ, ਉਹ ਰਿਹਾ ਸਿਲਸਿਲਾ। ਤੇ ਉਹ ਜ਼ਮੀਂਦਾਰ ਨੇ ਔਰ ਉਹ ਵਾਕਈ ਉਹਨਾਂ ਅੰਗਰੇਜ਼ਾਂ ਜਗੀਰਾਂ ਨਹੀਂ ਦਿੱਤੀਆਂ, ਉਹਨਾਂ ਦੀਆਂ ਜਗੀਰਾਂ ਮੁਗਲਾਂ ਦੇ ਦੌਰ ਦੀਆਂ ਨੇ। ਔਰ ਮੁਗਲਾਂ ਦੇ ਦੌਰ ਦੇ ਵਿੱਚ ਉਹਨਾਂ ਦੀ ਫੌਜ ਦੇ ਵਿੱਚ ਜਿਹੜਾ ਅਹੁਦਾ ਸੀ ਇੱਕ ਸਰਦਾਰ ਦਾ ਅਹੁਦਾ ਸੀ, ਜਿਹੜਾ ਜਿਨ੍ਹਾਂ ਨੂੰ ਉਹਨਾਂ ਨੇ ਜਾਇਦਾਦਾਂ ਜ਼ਮੀਨਾਂ ਜਗੀਰਾਂ ਦਿੱਤੀਆਂ ਤੇ ਉਹਨਾਂ ਦੀ ਡਿਊਟੀ ਕੀ ਸੀ ਕਿ ਉਹਨਾਂ ਨੇ ਮੈਨ ਪਾਵਰ ਦੇਣੀ ਹੈ। ਔਰ ਇੱਕ ਚੌਧਰੀ ਦਾ ਅਹੁਦਾ ਸੀ ਜਿਹੜਾ ਉਹਨਾਂ ਨੂੰ ਮਸੂਲਾਤ ਇਕੱਠੇ ਕਰਕੇ ਦੇਣੇ। ਇਹ ਤੇ ਬਾਅਦ ਜ਼ਾਤ ਬਣ ਗਈ ਸਰਦਾਰ ਵੀ ਤੇ ਚੌਧਰੀ। ਤੇ ਇਸ ਵਾਸਤੇ ਕੋਈ ਉਹਨਾਂ ਨੂੰ ਵੀ ਮੰਨ ਲਿਆ ਕਰੋ, ਸਾਰਾ ਜ਼ੋਰ ਜਿਹੜਾ ਨਾ ਸੰਤਰਿਫਤ ਹੀ ਨਾ ਦਿੱਤਾ ਕਰੋ। ਉਹਦਾ ਤਸਰ ਹੀ ਦਿੰਦੇ ਹੋ ਕਿ ਜਨਾਬ ਸਿਰਫ ਸੰਤਰਿਫਤ ਵਿੱਚ ਹੀ ਕੋਈ ਜ਼ਵਾਲ ਪਜ਼ੀਰ ਮੈਨੇ ਕੌਮ ਨਾ ਆਈ ਕਿ ਉਹਨਾਂ ਨਾਂ ਵਟਾਣੇ ਦੀ ਲੋੜ ਪੈ ਗਈ ਜਾਂ ਜ਼ਾਤ ਵਟਾਣੇ ਦੀ ਲੋੜ ਪੈ ਗਈ। ਮੁਗਲਾਂ ਦੇ ਸਭ ਤੋਂ ਮੁਸ਼ਕਲ ਵਕਤ ਜਿਹੜਾ ਸੀ ਨਾ ਉਹ ਸ਼ੇਰ ਸ਼ਾਹ ਜ਼ੂਰੀ ਦਾ ਸੀ, ਜਦੋਂ ਉਹਨੇ ਕਿਹਾ ਸੀ ਕਿ ਜਿਹਦੀ ਸ਼ਕਲ ਵੀ ਰਲਦੀ ਹੈ, ਇਹਦੇ ਫੀਚਰ ਵੀ ਰਲਦੇ, ਜਿਹਦੀ ਜ਼ਬਾਨ ਦਾ ਲਹਿਜਾ ਵੀ ਤੁਰਕ ਦਾ ਜਾਂ ਫਾਰਸ ਦਾ ਜਾਂ ਮਤਲਬ ਇਹ ਬਸਤੇਸ਼ੀਆ ਦਾ, ਉਹਨੂੰ ਜਾਨੀਓ ਮਾਰ ਦਿਓ। ਉਸ ਵੇਲੇ ਤੇ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਲੋਕੀ ਜ਼ਾਤ ਵਟਾ ਗਏ, ਜ਼ਾਤੀ ਪੇਸ਼ੇ ਵਟਾ ਗਏ। ਅੰਗਰੇਜ਼ਾਂ ਦੇ ਦੌਰ ਵਿੱਚ ਤੇ ਸ਼ਾਹੀ ਖਾਨਦਾਨ ਤੋਂ ਇਲਾਵਾ ਕਿਹੜੇ ਮੁਗਲ ਨਾਲ ਕਿਹੜੀ ਜ਼ਿਆਦਤੀ ਹੋਈ ਹੈ ਜੀ? ਮੈਨੂੰ ਦੱਸੋ। ਕਿਸੇ ਸਾਡੇ ਕੋਲ ਜਗੀਰ ਨਹੀਂ ਖੁੱਤੀ। ਸਾਡੇ ਕਬੀਲੇ ਨੇ, ਮੈਂ ਮੁਗਲ ਫਫਰਾ ਕਬੀਲਾ ਤਲਕ ਰੱਖਦਾ, ਸਭ ਤੋਂ ਵੱਡਾ ਕਬੀਲਾ ਹੈ ਦਰਿਆ ਦੇ ਕਿਨਾਰੇ ਤੇ, ਮਤਲਬ ਤਹਿਸੀਲ ਪਿੰਡਾਂ ਔਰ ਤਹਿਸੀਲ ਮਲਕਵਾਲ ਵਿੱਚ ਅੱਜ ਵੀ ਦੇਖੋ ਪਿੰਡਾਂ ਦੇ ਪਿੰਡ ਨੇ, ਜ਼ਮੀਂਦਾਰ ਨੇ, ਲੈਂਡ ਲਾਰਡ ਨੇ, ਚੌਧਰੀ ਅਖਵਾਉਂਦੇ ਨੇ, ਸਰਦਾਰ ਅਖਵਾਉਂਦੇ ਨੇ, ਮਿਰਜ਼ੇ ਅਖਵਾਉਂਦੇ ਨੇ। ਤੇ ਇਹ ਅਸਾਂ ਅੰਗਰੇਜ਼ਾਂ ਦੇ ਖਿਲਾਫ 1849 ਦੀ ਜੰਗ ਵਿੱਚ ਸਿੱਖਾਂ ਦਾ ਸਾਥ ਦਿੱਤਾ ਕਿ ਲੋਕਲ ਨਾ ਸਟੈਂਡ ਆਫ ਦਾ ਸਾਇਲ ਨੇ ਨਾ ਸਾਡੀ ਬਾਦਸ਼ਾਹੀ ਗਵਾਈ, ਇਹਨਾਂ ਦੀ ਮੁਖਾਲਫਤ ਕਰਨੀ। ਇਹਦੇ ਬਾਵਜੂਦ ਨਾ ਕੀ ਕੀਤਾ ਕਿ ਉਹਨਾਂ ਨੇ ਮਤਲਬ ਇਤਨਾ ਕੀਤਾ, ਮੇਰੇ ਦਾਦੇ ਕੋਲ ਖੋ ਕੇ ਤੇ ਮੇਰੇ ਦਾਦੇ ਦੇ ਪੋਤਰਿਆਂ ਨੂੰ ਮਤਲਬ ਜ਼ੈਲਦਾਰੀ ਦੇ ਛੱਡੀ। ਲੇਕਿਨ ਉਹਨਾਂ ਕਿਸੇ ਹੋਰ ਕੌਮ ਨੂੰ ਤਾਂ ਸਾਡੇ ਤੇ ਕੋਈ ਨਹੀਂ ਮੁਸਲਤ ਕੀਤਾ। ਉਹਨਾਂ ਸਾਡੀਆਂ ਜ਼ਾਤਾਂ ਤੇ ਨਹੀਂ ਬਣਾਈ। ਜੇ ਗ੍ਰਾਵਾਂ 'ਚ ਗਏ ਨੇ, ਉਹਨਾਂ ਇੱਕ ਪਿੰਡ ਵਿੱਚ ਜਾ ਕੇ ਹਰ ਬੰਦੇ ਦੀ ਜ਼ਾਤ ਪੁੱਛੀਏ ਤੇ ਉਹ ਅਗਰ ਐਡੇ ਜ਼ਾਲਮ ਆਏ, ਉਹਨਾਂ ਨੇ ਮੁਗਲਾਂ ਨੂੰ ਐਡੇ ਦੁਸ਼ਮਣੀ ਆਈ ਤੇ ਜਿਸ ਵੇਲੇ DC ਤੇ SP ਵੀ ਨਾਲ ਹੁੰਦੇ ਆ, AC ਵੀ ਹੁੰਦੇ ਆ, ਪਟਵਾਰੀ ਗਦੌਰ ਤਹਿਸੀਲਦਾਰ ਹੁੰਦੇ ਆ, ਗ੍ਰਾਂ ਦੇ ਇਮਾਮ ਮਸਜਿਦ ਹੁੰਦੇ ਆ, ਗ੍ਰਾਂ ਦੇ ਚੌਧਰੀ ਬਹਿ ਕੇ ਤੇ ਪੁੱਛਦੇ ਆ ਤੇਰਾ ਨਾਂ ਕੀ ਹੈ, ਤੇਰੇ ਪਿਓ ਦਾ ਨਾਂ ਕੀ ਹੈ, ਤੇਰੇ ਦਾਦੇ ਦਾ ਨਾਂ ਕੀ, ਤੇਰੀ ਜ਼ਾਤ ਕੀ ਹੈ। ਤੇ ਉਸੇ ਜਿਹੜੇ ਲੋਕ ਦੱਸਦੇ ਰਹਿਣ ਕਿ ਅਸੀਂ ਮੁਗਲ ਹਾਂ, ਉਹਨਾਂ ਨੂੰ ਉਹ ਫਿਰ ਕਤਲ ਕਰਾ ਦਿੰਦੇ। ਨਹੀਂ, ਉਹ ਕਿਦੋਂ ਆ ਗਏ ਮੁਗਲ ਜਿਨ੍ਹਾਂ ਦੇ 1840 ਦੇ ਵਿੱਚ ਹੀ 1860 ਦੇ ਮਤਲਬ ਬੰਦੋਬਸਤਾਂ ਦੇ ਵਿੱਚ ਵੀ ਇਹਨਾਂ ਦੀ ਕੌਮ ਮੁਗਲ ਲਿਖੀ ਹੈ। ਤੇ ਇਸ ਵਾਸਤੇ ਇੱਕ ਥੋੜ੍ਹਾ ਜਿਹਾ ਇਸ ਤਸਬ 'ਚੋਂ ਹਟੋ, ਇਹ ਮੰਨੋ ਬ ਜਨਾਬ ਅਸੀਂ ਤਾਂ ਮੁੜ ਬੜੀ ਖੁੱਲੀ ਛੁੱਟੀ ਦਿੱਤੀ ਹੋਈ ਹੈ, ਸਾਨੂੰ ਕੋਈ ਪਾਬੰਦੀ ਲਾਉਂਦੇ ਹੀ ਨਾ। ਅਸੀਂ ਕਹਿੰਦੇ ਇੱਕ ਬੰਦਾ ਕਹਿੰਦਾ ਮੈਂ ਮੁਗਲ ਹਾਂ, ਉਹਦਾ ਕੋਈ ਪੇਸ਼ਾ ਹੈ ਦੁਨੀਆ ਦਾ, ਕੋਈ ਉਹਦਾ ਪੇਸ਼ਾ ਹੈ। ਅਸੀਂ ਕਹਿੰਦੇ ਹਾਂ ਕਿ ਇੱਕ ਬੰਦਾ ਕਹਿੰਦਾ ਮੁਗਲ ਹਾਂ ਤਾਂ ਮਤਲਬ ਮੁਗਲ ਕਿਸੇ ਮੁਗਲ ਦਾ ਪੁੱਤਰ ਹੈ ਨਾ, ਉਹ ਕੋਈ ਆਪਣਾ ਬੰਦਾ ਪਿਓ ਨਹੀਂ ਵਟਾਉਂਦਾ। ਇਸ ਵਾਸਤੇ ਜਨਾਬ ਜਿਹੜਾ ਆਪਣੇ ਆਪ ਨੂੰ ਮੁਗਲ ਕਹਿੰਦਾ ਅਸੀਂ ਮੰਨ ਲੈਂਦੇ ਹਾਂ।
लेकिन यह तो कोई तरीका नहीं भी जो जनाब जमींदार है, जो सरदार है, जो अपने इलाके बावकार है, जो मतलब उसकी पोजीशन ठीक रही है, वो किसी के अताब नहीं आया या कोई इस तरह का सलूक नहीं होया, तो यानी दूसरे लफ्ज़ कि जो गैर ज़रायत पेशा नहीं है तो मतलब वो मुगल ही नहीं। थोड़ी जी अपनी मतलब तुम सीनियर आदमी हो तो उस लैवल पर जाके ना थोड़ी जी मेहरबानी करो तो अपनी अपनी जो है ना सोच और फिक्र च तब्दीली लियाओ। तो ये मन लवो कि अंग्रेज़ों ने मतलब है ना मुगलों को जगीरां खुथियां तो ना उन्होंने इलाके खुथे, उन्होंने शाही खानदान नाल ज्यादती की है। फिर ये मान लें कि जेड़े मतलब पेशे बटा गए, मतलब प्रोफैशनल हो गए, कोई नाई बन गया, कोई मुच्छी बन गया, कोई तेली बन गया, कोई लोहार बन गया, कोई दरखान बन गया, बस ये फिर डायरेक्ट शाही खानदान के अफराद होने ने, सुपर मुगल होने। असी जेड़े जिन्हों को जमीना सन, जेड़े अपने इलाके रहिंदे सन, उतों नसे ना, खलोते ना, जात नहीं वटाई पे मतलब या फौज की नौकरी की या हल वाया। हुण साडे कबीले के बारे उस अंग्रेज ने 1901 च लिखिया, उस वेले रूज ना कि ये मुगल जमींदार ने और इन्होंने दो ही काम ने, या हल वांदे ने या फौज की नौकरी करते, साडे कोल जगीरां खोह लैंदा ना, साडे जानियों मार दिंदा, साडे बच्चे कतल कर दिंदा, नहीं कीते। तो वो फिर ये क्या हो गए जेड़े ये जिन्हें जात वटाई है ना, तकसीम इंज कर लो भाई ये शाही खानदान है, जेड़े ये मोची तेली नाई लोहार तरखान सन, तो जेड़े बाकी जमींदार आए या जगीरदार ने या काश्तकार ने, ये उन मुगल नो ये उत्तों कदाइयों रले, मतलब चंगेज़ खान को या मीर तैमूर को रले, इन्हों का शाही खानदान का कोई तलक नहीं। यह कर लो, सन सैकंड कैटेगरी करार दे दो, आप सुपर बन जाओ। लेकिन यह ना कहो कि जनाब वो नस गए तो भज गए तो जवाल पदीर हो गए तो उन्होंने जात बटा ली। कोई जात किसी ने वटाई, मतलब अगर किसी ने अपना पेशा वटा लिया तो वो अपने आप मुगल कहता सी बंदे हाँ जी बिस्मिल्ला। लेकिन यह ना करो जनाब कि बई वो जी सारे ही उस वेले जेडे वो जवाल पदीर हो गए तो उन्होंने बड़ा भैड़ा वक्त आ गया, तो उन्होंने माड़ा वक्त आ गया। कोई भैड़ा वक्त माड़ा वक्त नहीं आया। वो जो आया सी शेर शाह सूरी के दौर च आया सी, मगरों हमायूं आ गया, फिर मुगलों ने मौज की। शाही खानदान जरूर जेर ताब आया सी, फिर ये सारे शाही खानदान दी मान लो। तो इत्थे तो तर्जमा तमूचन का नाम से चंगेज़ खान का कहते हैं, वह तर्जमा है कि मतलब मरदे आहन, इतने जनाब वह तर्जमा किया जाता आहनगार। फिर बाकी कदों आए, फिर हलवन वाले, बाकी होर पेशे करने वाले, वो तो सारे कोई ना मुगल होए, वो फिर छड़े लोहार ही मुगल होए, क्योंकि आहनगार तो फिर वही होंगे लोहा कुट्टण वाला। दूजे पास तुम कहते हो जी कि सिंध में तरखाना की हुकूमत रही, बई वो तरखान तेरे तर खे खरगोश अली खान है। तरखान ए तरखान नहीं है तेरे तर तो खे खेल अली खान, ये तरखान बड़ाई जड़े न ये वो नहीं कबीला, वो कबीला होर है। वो जिस तरह तुर्कमान दे लैवल पर नहीं तरखान कबीला है। हूँ ये मतलब तो इंज इंडिया में रियासत लोहारू है, वो भी मुगल नो, तो कहो जिम्मे वो वेखा साबित पे होंगे कि वो लोहार सारे मुगल न। वो बई सन लोहारां दे मुगल बनता है, तरखाना दे मुगल बनता है, मोचियां नाइयां तेलियां दे मुगल बनते, इतराज कोई नहीं। सिर्फ सारी गल ये है कि जी डंग फड़ी है ना कि मुगल वो ही है जिन्हें जात बटा ली सी, जिन्हें पेशा बटा लिया सी। भाई ये नहीं गल, मुगलों की कोई किसी ने खोती नहीं खोली। मुगल अपने उस दौर च भी कायम दायम टेके रहे। हाँ जी, तो ये मतलब है जो 1885 की जो रिसर्च पेपर वो जाके कढो लाइब्रेरी चो, वो अंग्रेज लिखता भी शुमाली पंजाब चो 4 कबीले ऐसे जोड़े कि अपना मरी दे 37 मंगोल ने लेकिन राजे अखवाते हैं। अटक दे सरदार जोड़े ने ये मंगोल ने सरदार अखवाते हैं। चकवाल दे मतलब कसर जोड़े ने मंगोल ने तो ये सरदार तो चौधरी अखवाते हैं। तो जेलम पिंडान खान के फफरे जोड़े ने ये मंगोल ने तो ये चौधरी तो सरदार अखवाते हैं। तो वो उस वे 1885 जो आ मैं मनता तो कहता दे आर सुपीरियर दैन राजपूत, तो चाहिए ना इन्होंने को जगीरां खो लैंदा, इन्होंने जनाब जान बचा गाणी दे दिंदा। कोई मेरे ख्याल है थोड़ा जिहा रिसर्च वर्क दोबारा करो तो इतिहाद और इतफाक की गल पैदा करो, तकसीम ना करो कि भाई जो मतलब है जरा जिस जात नहीं वटाई, जिस पेशा नहीं वटाया, मुगल ही कोई नहीं। तो चलो सन एडी मजबूरी भी कोई नहीं, सन कोई मन्ने या ना मन्ने, मतलब असी जो कुछ हाँ ठीक हाँ। बिस्मिल्लाहिर्रहमानिर्रहीम। मुगल चैनल के नाजरीन, एक बहुत अहम सवाल जो है वो पूछा जाता है जहां हम उठते बैठते हैं या कहीं मीडिया में जिक्र होता है कि पाकिस्तान में मुगलों की तादाद 4.5 करोड़ के लगभग है, तो बहुत से लोग जो हैं वो इतराज करते हैं और वो सवाल उठाते हैं कि पाकिस्तान में इतने सारे मुगल कहां से आ गए। इस सवाल का जवाब हासिल करने से पहले हमें जो है
मंगोल जो है उनकी ओरिजिन, जो उनकी इब्तदा हुई है, जिसे बाद में मुगल कहा गया, मंगोल कहा गया, उसका जायजा लेना होगा। आप जानते हैं कि मंगोलिया में चंगेज खान ने मंगोल सल्तनत की बुनियाद रखी 1206 ईस्वी में। उनके साथ जो है बरलास कबीला मौजूद था। बरलास भी जो है वो मंगोल थे, और इस तरह जो है वो मुहिम्मात शुरू हुई, फतूहात शुरू हुई, और चंगेजी फौज ने तकरीबन यूरो एशिया जितना है, यूरोप और एशिया, उसके ऊपर अपनी सल्तनत के झंडे लहरा दिए। बाद में चंगेज खान की वफात के बाद जो है ये सल्तनत वसी जो थी वो उनके बेटों में और उनके पोतों में तकसीम हो गई। और जब तकसीम हुई तो पता चला कि चीन जो है उसमें उलस खानेट के नाम से सल्तनत कायम है। इसके अलावा ईरान में इल खानेट मौजूद है। इसके अलावा सेंट्रल एशिया, मावरा नहर, ये जितने इलाके हैं वहां पर जो है वो चुगताई खानेट मौजूद है, सल्तनत मौजूद है। सादा लफ्जों में यूं समझिए कि चुगताई सल्तनत मौजूद है। और इसी तरह जो है वो गोल्डन हॉर्ट जो यूरो एशिया है, यूरोप है, जिसे मशरकी यूरोप कहते हैं, हंगरी और पोलैंड वगैरह, उस तक जो फैली हुई, और उधर से यूक्रेन तक फैली हुई सल्तनत जो है वो मौजूद है। बरका खान की फतूहात के नतीजे में वो मिली है। और जो बातू खान है उनको जाकर उनकी हदूद जो है वो जाकर फार ईस्ट, जिसे हम कहते हैं कि मशरक़ बईद तक फैली हुई हैं। तो ये इतनी बड़ी वसी सल्तनत थी जो कायम रही, 1 सदी तक कायम रही तमाम इलाकों में। फिर चीन से ये जो है वो शिकस्त हुई और चीन में बगावत हो गई, और वहां से कुबलाई खान की हुकूमत जो है वो ख़त्म हो गई। लेकिन मंगोल जो है वो वहां पर आबाद रहे। बहुत सारे मंगोल इनर मंगोलिया में माइग्रेट हो गए, और कुछ जो है वो वापस मंगोलिया चले गए। इसी तरह जब मंगोलों के आपस के दरमियान जो है वो इख्तलाफात हुए और लड़ाइयाँ हुई, तो जो मंगोलिस्तान था, मुगलिस्तान था, उसको चैलेंज कर दिया दूसरे मंगोल सरबराह जनाब अमीर तैमूर ने। और अमीर तैमूर जो हैं वो बरलास कबीले से थे, वो भी मंगोल थे। फिर उनकी सल्तनत शुरू हो गई, लेकिन मुगलिस्तान को ख़त्म नहीं किया गया। उनकी भी जो है वो बादशाह मुगल ही रहे, तो लेकिन अमलन जो हुक्मरान थे वो अमीर तैमूर हो गए। अब अमीर तैमूर जो है वो कहीं 1336 ईस्वी में उनकी तैमूरी सल्तनत जो है, तैमूरी मंगोल तैमूरी जो है उनकी सल्तनत शुरू हुई, वो 1404 तक रही। और उसके बाद जो है एक गैप आ गया। फिर सल्तनत जो है वो इस तरह हिस्सों बखरों में मंगोल सल्तनत जो है वो मौजूद रही। लेकिन फिर बाबर उठे। बाबर जो है वो उन्होंने जो है वो तकरीबन 1226 ईस्वी में हिंदुस्तान फतह कर लिया। 1526 ईस्वी में, माजरत चाहता हूँ, 1526 ईस्वी में हिंदुस्तान को फतह कर लिया। लेकिन इससे पहले वो काबल के हुक्मरान रहे, वो समरकंद के हुक्मरान रहे। तो फिर वो जो है वो 1857 ईस्वी तक चलती रही। तो अगर आप हिसाब लगाएं आज के हिसाब से तकरीबन 8 सदियां हैं जिसमें चंगेजी मंगोलों की और बरलास मंगोलों की हुक्मरानी यहां पर रही, इस खित्ते में जिसको एशिया कहते हैं। यही वजह है कि जब 2003 में, 2017 में, 2019 में रूस के साइंसदान जो हैं, चीन के साइंसदान जो हैं और अमेरिका के जो साइंसदान हैं, उन्होंने एक जेनेटिक एनालिसिस किया वाई क्रोमोसोम को लेकर। उन्होंने सैंपल्स बनाए और उन्होंने कहा कि जो सेंट्रल एशिया और चीन है, इसमें कम से कम जो है वो बराह रास्त जो बेटे या औलादे हैं, जो बराह रास्त औलाद है, जो नस्ल है चंगेज खान की, वो कम से कम 16 मिलियन है। अब ये तो है सिर्फ वो सेंट्रल एशिया की बात, जिसकी आबादी जो है वो हिंदुस्तान के मुकाबले में बहुत ही कम है। और लेकिन अगर हम इसमें पूरे हिंदुस्तान को शामिल कर लें, उस वक्त के बड़े सगीर को शामिल कर लें जिसमें मुगल सल्तनत कायम हुई थी, जो हिंदुस्तान में मंगोल सल्तनत थी, तो आप अंदाजा कर लें कि आज की आबादी, और ये मैं 2017-19 की बात कर रहा हूं जो साइंसदानों ने अंदाजा लगाया है, अगर 2019 की आबादी जो है वो पूरे बर्रे सगीर की ले ली जाए तो आप हिसाब लगा लें कि 2 अरब के लगभग इंसान तो सारे इस खित्ते में रहते हैं। अगर वहां 16 मिलियन है तो यहाँ कितने मिलियन होनी चाहिए, आप ईमानदारी से बता दें, जहां पर 350 बरस तक जो है वो जमकर हुकूमत की है। ये नहीं है कि कोई माइग्रेशन होती रही। और मजे की बात यह है कि जब तैमूर ने जो है
وہ 1399 کے لگ بھگ دہلی کا تاراج کیا، تو ہندوستان کے لوگ جو ہیں وہ اس جنگ میں مارے گئے، اور دہلی کے بہت سارے لوگ جو ہیں وہ مارے گئے۔ اور اسی طرح جو ہے جب بابر نے حملہ کیا تو بابر کے 5 حملے تھے، تو اس میں بھی بابر کی فوج کے سامنے کوئی یہاں کے لوکل لوگ تھے، تو یہاں کی جو دہلی کی حکومتیں تھیں یا جو بابر کے ساتھ مقابلہ کرنے والے تھے، وہ یہاں کے لوکل لوگ تھے، افغان تھے، راجپوت تھے، مرہٹے تھے، اور اس طرح باقی قومیں ان کے ساتھ جو ہے وہ ملی ہوئی تھیں، تو وہ مارے گئے۔ منگول تو نہیں مارے گئے، مغل تو موجود رہے، ان کے تو اکا دکا واقعات ہوئے ہوں گے۔ اب آپ ایک اندازہ کیجئے کہ جس کی حکومت ہوتی ہے اس کا خاندان ترقی کرتا ہے، وہ ہر لحاظ سے ترقی کرتا ہے، وہ علم میں ترقی کرتا ہے، معاشرت میں ترقی کرتا ہے، تجارت میں ترقی کرتا ہے۔ اس کے علاوہ آپ کو علم ہے کہ اس وقت یہ بادشاہتوں کی ضرورت تھی کہ وہ بہت زیادہ شادیاں کرتے تھے، ان کو خواہش ہوتی تھی کہ ان کی نسل اتنی پھیلے کہ تاکہ وہ پورے ملک کے اوپر جا بجا جو ہے ہر شعبے میں ان کی اپنی نسل کے لوگ ہی جو ہیں وہ حاوی ہوں، تبھی سلطنتیں قائم رہتی تھیں۔ تو اس کے لحاظ سے جو ہے وہ ظاہر مغلوں کی آبادی بہت پھیلی، بہت پھیلتی رہی، اور اس طرح جو ہے وہ اس پورے بر صغیر کے اندر جو ہے بہت سارے مغل جو ہیں ان کی آبادی بڑھتی چلی گئی۔ اور اگر آپ دیکھیں کہ جب بابر بادشاہ جو ہیں وہ برسر اقتدار آئے، تخت سنبھالا، تو انہوں نے جو اعلان کیا بڑا معنی خیز اعلان تھا۔ انہوں نے کہا ہم نے ایک بہت وسیع ملک حاصل کر لیا ہے، اس لیے میں تمام اپنے ننہالی مغلوں کو اور دودھالی مغلوں کو کہتا ہوں کہ وہ اب یہاں آ جائیں اور آ کر اس ہندوستان کو آباد کریں اور اس کو خوشحال کریں۔ پھر بابر بادشاہ تو 4 سال زندہ رہے، پھر ہمایوں کا عرصہ رہا، پھر باقی بادشاہ آتے رہے، لیکن آپ دیکھیں اور کتابوں میں پڑھیں، آپ کو واضح ہو جائے گا کہ جتنے سینٹرل ایشیا کے ماہرین تھے یا صنعت و حرفت سے تعلق رکھتے تھے، جو تیموری سلطنت کا حصہ تھے، جو مغلستان میں تھے، جو منگول سلطنت کا حصہ تھے، حتیٰ کہ چین سے، ایران سے، ترکی سے، یہ سارے لوگ جو ہیں جو منگول قبائل سے تعلق رکھتے تھے، مختلف قبیلوں سے مغلوں کے جو ہیں ان کے کوئی تاتار تھے، وہ سب کے سب جو ہیں وہ مائیگریٹ کر کے، ہجرت کر کے ہندوستان آ گئے، اور تبھی جو ہے یہ ہندوستان جو ہے وہ اس قدر خوشحال ہوا۔ یہاں عمارتیں بنی، یہاں باغات لگے، یہاں پر اسلحہ سازی کی فیکٹریاں لگیں، صنعت و حرفت اور تجارت عروج پر پہنچی، اور ہندوستان دنیا کا امیر ترین ملک بن گیا۔ تو اس طرح مائیگریشن جو منگولوں کی ہوئی، اور مغلوں جسے ہم مغل کہتے ہیں، وہ بر صغیر میں آ گئے۔ اب بر صغیر میں آپ دیکھیے کہ پنجاب اس وقت سب سے خوشحال علاقہ تھا۔ آج بھی پنجاب جو ہے وہ اگر آپ اکٹھا دیکھیں گے تو پورے ہندوستان میں سب سے زرعی طور پر، صنعتی طور پر خوشحال علاقہ ہے۔ لہذا بابر بادشاہ جب آتے رہے یہاں پر، تو وہ اپنی اسٹیبلشمنٹ قائم کرنے کے لیے یہاں پنجاب کے جو دریا ہیں ان کے ارد گرد اور جی ٹی روڈ جو بیسیکلی بنیادی طور پر شاہراہ بابری تھی، اس کے ارد گرد اپنے قبیلوں کو وہ بساتے رہے، اپنے جو معتبر قسم کے خاندان تھے ان کو بساتے رہے، اور سب کو ان کی ڈیوٹی یہ تھی، ان خاندانوں کی جو اس یہ شاہراہ جو ہے وہ دہلی تک جاتی تھی، اس کے ارد گرد جتنے انہوں نے آباد کیے، اپنے شہر آباد کیے، سرائیں آباد کی، اور یہاں پر اپنے رشتہ داروں، عزیزوں کو، اپنے قبائل کے لوگوں کو، یہاں تیموری منگولوں کو یا چنگیزی منگولوں کو یہاں پر انہوں نے جو ہے جاگیریں عطا کی، اور صنعت و حرفت کے ساتھ یہ علاقہ صدیوں سے وابستہ تھا۔ اسی سے کے ساتھ جو ہے وہ بہت سے لوگ وابستہ ہو گئے، کیونکہ فوجوں کو ہر وقت ضرورت رہتی تھی کہ ان کا اسلحہ سازی کا کام جو ہے ہوتا رہے، گھوڑے تیار ہوتے رہیں یہاں پر، فوج کی ضرورتیں پوری ہوتی رہیں یہاں پر، راشن ملتا رہے یہاں سے۔ لہذا آپ دیکھیں گے کہ بہت سے جو بہت کنورجنس ہوئی ہے، جو بہت زیادہ ارتکاز ہوا ہے منگول قبیلوں کا، وہ اسی شاہراہ بابری کے ساتھ ساتھ ہوا ہے۔ اور آج بھی اگر آپ چلے جائیں اپنا درہ خیبر سے لے کر دہلی تک چلے جائیں، یا آپ دہلی تو خیر جانا ذرا مشکل ہوا ہے، لیکن اگر آپ لاہور تک بھی چلے جائیں تو آپ دیکھیں گے کہ بے شمار مغل آبادیاں ہیں۔ بعض شہر تو ایسے ہیں جہاں ایک ایم این اے کی سیٹ کے برابر ووٹ ہیں مغل برادری کے، اور ایم پی اے کی سیٹ کے برابر، اور لاہور میں پورے علاقے ہیں
اسی طرح فیصل آباد ہے، اسی طرح جو ہے سیالکوٹ ہے، گجرانوالا ہے، پسرور ہے، ڈسکا ہے، منڈی بہت دین ہے، گجرات ہے، اور آگے جو ہے وہ چلے جائیں ملتان کی طرف، اور وہاں سے اگر آپ نکلیں آگے سندھ کے علاقوں میں داخل ہو جائیں، تو یہاں جو مائیگریشن ہوئی ہے وہ سب سے زیادہ پنجاب میں ہوئی. پھر سندھ میں تو باقاعدہ مغل سلطنت قائم رہی ہے وہاں پر، اور ترخان قبیلے کی حکومت رہی ہے وہاں پر، اس لیے وہاں بہت سارے مغل ہیں. اسی طرح بلوچستان میں ہیں، اسی طرح کے پی میں تو چونکہ راستہ تھا تو بہت سارے لوگ وہیں آ کر آباد ہو جاتے تھے اور وہیں سے مغل سلطنت کو کمک پہنچاتے تھے. کشمیر کے اندر، پورے کشمیر کے اندر جو ہے وہ بے شمار مغلوں کے قبیلے جو ہیں وہ آباد ہیں. بعض جگہ تو ایسی ہیں کشمیر کے اندر کہ جہاں پر اتنی آبادی ہے کہ وہ الیکشن میں باقاعدہ اپنا کینڈیڈیٹ کھڑا کر دو کینڈیڈیٹ کھڑے ہو جاتے ہیں. اس طرح گلگت بلتستان کے اندر اگر آپ دیکھیں تو وہاں پر جو ہے وہاں بھی مغلوں کا ارتکاز ہے بہت زیادہ. مغل قبائل ہیں، قابل فخر مغل قبائل جو ہیں وہ موجود ہیں. تو اس طرح یہ جو ہے پورا پنجاب یعنی ہندوستان بر صغیر کا بھی وہ حصہ جہاں مسلمان آباد تھے، اور خصوصاً پاکستان کے جو علاقے آ گئے ہیں سب سے زیادہ یہاں پر جو ہے وہ مغل قبائل آباد ہوئے. اور جب پارٹیشن ہو گئی اور جب پاکستان اور ہندوستان دو الگ ملک بن گئے تو پھر جو ہے مائیگریشن جو بعد میں ہوئی پاکستان بننے کے بعد، آپ حیران ہوں گے کہ کراچی میں جو مائیگریشن ہوئی اس میں سب سے زیادہ لوگ وہ ہیں جو دہلی کے ارد گرد تھے اور جو مغل قبائل پر مشتمل تھے. پھر جو ہے اسی طرح ایسٹ پنجاب سے بہت سارے جو ہیں وہ مغل ہے، کیونکہ ان کو مائیگریشن کرنا اس لیے آسان تھی کہ ان کی جاگیریں نہیں تھی. گھر تھے، جاگیریں نہیں تھی، کیونکہ 1857 عیسوی کے بعد جو ہے وہ جاگیریں وغیرہ تو چھین لی گئی تھیں اور ان کو غیر کاشتکار قرار دے دیا گیا تھا، بے زمین قرار دے دیا گیا تھا. پابندی تھی، اس میں کوئی شک نہیں ہے کہ مغل نام لینا بہت مشکل ہو گیا تھا. لوگ کہتے ہیں لو جی بہادر شاہ ظفر تو آخری چشم و چراغ تھے، ان کا تو کوئی بیٹا بچا نہیں، تو یہ اتنے مغل پھر کہاں سے ہے؟ ایک تو میں نے بتایا کہ ان کے آنے کے راستے جو ہیں وہ ایک جو ہے وہ یہ شاہ رائے بابری ہے. دوسرا جو افغانستان کے مغل آئے، یہ ہزارہ قبائل جو ہیں یہ چنگیز خان کی نسل سے ہیں. اب ان کی آپس میں لڑائی ہو گئی علاقوں کی بنیاد پر، یہ پھر جو ہے وہ ایتھنک گروپس میں یا یوں سمجھے کہ مسل کی بنیادوں پر تقسیم ہو گئے. یہ سارے جو ہیں وہ چمن کے راستے، افغانستان کے راستے آئے. اب بھی افغانستان میں جو ہے چونکہ بابر بادشاہ جو ہیں وہ جب افغانستان میں انہوں نے کابل کا سنبھالا تخت تو وہ بابر مغل کے نام سے مشہور ہوئے، اور وہاں پر بہت سے مغل آباد ہو گئے آ کر، اور مختلف ناموں سے آباد ہو گئے. یہاں جب 1857 عیسوی کی جنگ آزادی، جسے ہم جنگ آزادی کہتے ہیں، جو مسلمانوں نے اور ہندوؤں نے مل کر لڑی تھی، تو لوگ کہتے ہیں جی وہ تو مارے گئے تھے سارے شہزادے. وہ بھائی شہزادے تو سارے مارے گئے، مغل نسل تو نہیں ماری گئی نا. وہاں اس قلعے کے اندر شاہی خاندان کے 300 سے زیادہ وہ جو بابر بادشاہ کی اولاد سے شروع ہوئے تھے، ان کے بھائی تھے، کامران مرزا تھے، ہندال مرزا تھے، وہ سارے ان کی نسلیں بھی یہیں پھیلی. پھر آگے جو ہے ہمایوں کے بھائی تھے، ہمایوں کی جو ہے وہ اولادیں تھیں، ان کی بیویاں تھیں، ان کی نسلیں یہاں پھیلی. پھر درجہ بدرجہ جتنے اکبر بادشاہ ہے ان کی بیویاں تھیں، بے شمار بیویاں تھیں ان کی، اور ان کی پھر اولاد جو ہے وہ پھیلی. اور اس کے بعد جو ہے اپنا جہانگیر بادشاہ تھے، ان کی بھی اولاد تھی بہت ساری، وہ بھی پھیلی. پھر جو ہے وہ شاہ جہان تھے، پھر جو ہے وہ اورنگزیب عالمگیر تھے، پھر آگے شاہ عالم ثانی تھے، پھر ان کے آگے پھر زوال کی کہانی شروع ہو جاتی ہے. لیکن اولادیں تو اسی طرح پھیلتی رہیں اور اسی طرح جو ہے وہ پھولتی رہیں. اور آج بھی آپ چکوال میں اور ان علاقوں میں جا کر دیکھیں، بہت سارے جو ہیں وہ شاہی خاندان کے افراد کی اولادوں میں سے جو ہے وہ آگے آ رہے ہیں. آگے ساہیوال تک چلے جائیں، وہاں بے شمار جو ہیں وہ مغل آباد ہیں. تو اس لیے جو ہے وہ یہ کہنا کہ یہاں پر 4.5 کروڑ مغل کیوں ہیں، تو اس کا جواب تو میں نے تاریخی پس منظر میں بھی دے دیا، سائنسی تحقیق کے ساتھ بھی دے دیا، اور جو داد و شمار آئے، جو یہاں پر جو ہے مردم شماری ہوئی، اس کے بارے میں جو ہے وہ دعوے سے کچھ لوگوں نے دعویٰ کیا ہے، اور وہ کوئی عام لوگ نہیں ہیں، وہ سکہ بند جو ہے وہ جرنلسٹ ہیں، وہ اینکر پرسنز ہیں. ان کو معلومات حاصل ہوئی اور انہوں نے دعوے سے کہا کہ پاکستان کے اندر جو ہے سب سے بڑی برادری جو ہے یا سب سے بڑی آبادی جو ہے
وہ مغل ہیں۔ اچھا، آپ اگر اس کو بھی نہیں مانتے تو آپ شروع ہو جائیں مختلف شہروں میں اور آبادی کو کاؤنٹ کرنا شروع کر دیں۔ ابھی تو بے شمار لوگ وہ ہیں جنہوں نے اپنے ناموں کے ساتھ، کسی نے جو ہے وہ قریشی لکھ لیا، کسی نے ہاشمی لکھ لیا، کیونکہ اس وقت کیموفلیج کرنا تھا اور اس وقت اپنے آپ کو چھپانا تھا۔ اچھا، یہ بھی بہت سارے لوگ جو دہلی کے ارد گرد نہیں تھے، دور تھے، ان پر کوئی مصیبت بھی نہیں ہے، ان کی جاگیریں بھی برقرار ہیں، ان کے ناموں کے ساتھ جو ہے وہ بیگ، مرزا، چغتائی، برلاس سب کچھ لگا ہوا ہے، لیکن بہت سارے لوگ جو ہیں وہ اپنے ناموں کے ساتھ صدیاں گزر گئی، کیونکہ زوال میں کوئی کسی زوال پذیر افراد کا یا قوموں کا نام اپنے ساتھ نہیں رکھتا، یہ عمومی سی ایک بات ہوتی ہے۔ اور اس کا ایک اور میں ثبوت دینا چاہتا ہوں، کیا یہ حقیقت نہیں ہے کہ انگریزوں نے آ کر جو ہے وہ کسی مغل کو جاگیر نہیں بخشی؟ انہوں نے، آپ ایک کتاب پڑھ لیں وکیل انجم صاحب کی ریاست کے فرعون، سیاست کے فرعون، اس میں دیکھ لیں جن کو جاگیریں انہوں نے دی ہیں ان میں سے کوئی ایک بھی مغل خانوادہ نہیں تھا۔ اس لیے وہ چونکہ محکوم قوموں کو بہت حکمت کے ساتھ اور بڑے تدبر کے ساتھ زوال کا وقت گزارنا پڑتا ہے، اور مغل قوم نے بہت ہی تدبر اور حکمت کے ساتھ زوال کا وقت گزارا۔ جب پاکستان بن گیا الحمدللہ، تو اس کے بعد جو ہے یہ بھی اس کی قومی ترقی میں برابر کے شامل ہو گئے، بلکہ چونکہ صنعت و حرفت سے یہ لوگ زیادہ تعلق رکھتے تھے، اس لیے انہوں نے اس ملک کو سنوارنے میں اور بنانے میں اور یہاں روزگار فراہم کرنے میں اور یہاں صنعت کاری میں بہت بڑا کردار ادا کیا ہے۔ یہ نہیں ہے کہ ان کا کوئی پاکستان کو ترقی دینے میں جو مغل قبیلوں کا کردار ہے وہ شاید کسی اور کا نہیں، کیونکہ باقی لوگ تو جاگیردارانہ پس منظر رکھتے تھے، ان کو تو علم ہی نہیں تھا کہ صنعت کا پہیہ کیسے چلتا ہے، کیسے چلایا جاتا ہے، ہنر مندی کیا ہوتی ہے، کس طرح جو آگے بڑھا جاتا ہے۔ لیکن افسوس، بہت ہی افسوس کے ساتھ کہ یہاں جو ہے وہ بہت لوگوں نے اعتراضات کیے اور کہا جی فلاں پیشے کے لوگ مغل ہو گئے ہیں، فلاں پیشے کے وابستہ لوگ مغل ہو گئے ہیں، فلاں پیشے جو ہیں وہ روٹی روزی کمانے کا ذریعہ ہوتے ہیں، وہ نسل نہیں ہوتے۔ منگول نسل جو چنگیز خان سے چلی 8 صدیوں تک، جنہوں نے اس پورے علاقے میں ایشیا، یورو ایشیا، فار ایسٹ ایشیا، فار ایشیا جتنا ہے، چائنا ہے، اس کے اوپر جو ہے وہ کسی نہ کسی شکل میں حکمرانی کی ہے۔ ان کی نسل آج الحمدللہ جو ہے 16 ملین تو سینٹرل ایشیا میں ہے، اور 40 ملین کے مور دین 40 ملین جو ہے وہ پاکستان میں ہے۔ اور ابھی بھارت میں چونکہ عمومی طور پر مسلمان جو ہیں وہ بچارے بہت ہی برے حالات میں ہیں، اور اللہ کرے کہ وہاں بھی کسی طریقے سے ایک سماجی ہم آہنگی کا دورہ شروع ہو اور وہاں انتخاب پسندی کا خاتمہ ہو۔ وہاں آج جو فلموں میں مغل زادوں کو بہت ہی جو جرائم پیشہ افراد کے طور پہ دکھایا جاتا ہے، جب یہ منظر بدلے گا تو آپ کو پتہ چلے گا کہ انڈیا میں کتنے مغل ہیں اور بنگلہ دیش میں کتنے مغل ہیں، سری لنکا، بھوٹان، نیپال، یہ سارک کنٹریز میں کتنے مغل پھیلے ہوئے ہیں۔ اس لیے خاطر جمع رکھیے، انشاءاللہ یہ نہیں ہو سکتا کہ مغلوں کی مائیں تو بھانج ہو گئی ہوں اور باقی ساری برادریاں جو ہیں وہ پھل پھول رہی ہوں۔ الحمدللہ ہم 4.5 کروڑ ہیں۔